ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੀਆਂ ਪੈੜਾਂ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਰਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਗੱਲ ਕਰਦੇ ਹਾਂ ਜੀ ਮਿਤੀ 26 ਅਪ੍ਰੈਲ ਦੀ। 26 ਅਪ੍ਰੈਲ 1915 ਵਾਲੇ ਦਿਨ ਪਹਿਲਾ ਲਾਹੌਰ ਸਾਜ਼ਿਸ਼ ਕੇਸ ਸ਼ੁਰੂ ਹੋਇਆ, ਜਿਸ ਵਿੱਚ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭੇ ਸਮੇਤ 82 ਹੋਰ ਗਦਰੀਆਂ ਦੇ ਖਿਲਾਫ ਮੁਕੱਦਮਾ ਚਲਾਇਆ ਗਿਆ। 26 ਅਪ੍ਰੈਲ 1915 ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਤੇ 82 ਹੋਰ ਗਦਰੀਆਂ ਦੇ ਖਿਲਾਫ ਲਾਹੌਰ ਦੀ ਅਦਾਲਤ ਵਿੱਚ ਲਾਹੌਰ ਸਾਜ਼ਿਸ਼ ਕੇਸ ਦਾ ਮੁਕੱਦਮਾ ਸ਼ੁਰੂ ਹੋਇਆ। ਇਸ ਮੁਕੱਦਮੇ ਵਿੱਚ 62 ਗਦਰੀ ਕ੍ਰਾਂਤੀਕਾਰੀ ਹਾਜ਼ਰ ਹੋਏ। ਇਸ ਸਾਜ਼ਿਸ਼ ਕੇਸ ਵਿੱਚ ਗਦਰੀ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਬਾਬਾ ਨਿਧਾਨ ਸਿੰਘ ਚੁਗਾ ਸਮੇਤ ਗਦਰ ਲਹਿਰ ਦੇ ਲਗਭਗ ਸਾਰੇ ਸਿਰਕੱਢ ਕ੍ਰਾਂਤੀਕਾਰੀ ਸ਼ਾਮਲ ਸਨ। ਇਹ ਉਹ ਕ੍ਰਾਂਤੀਕਾਰੀ ਗੁਰਸਿੱਖ ਸਨ ਜੋ ਜੇਲ੍ਹ ਵਿੱਚ ਦਿਨ ਰਾਤ ਗੁਰਬਾਣੀ ਦਾ ਪਾਠ ਕਰਦੇ ਹੋਏ ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਦੇ ਸਨ। ਇਸ ਤੋਂ ਇਲਾਵਾ ਇਹ ਗਦਰੀ ਗਦਰ ਦੀਆਂ ਗੂੰਜਾਂ ਦੀਆਂ ਕਵਿਤਾਵਾਂ ਗਾਉਂਦੇ ਅਤੇ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ। ਇੰਜ ਜਾਪਦਾ ਸੀ ਜਿਵੇਂ ਇਹ ਕੋਈ ਜੇਲ੍ਹ ਨਹੀਂ ਸਗੋਂ ਵਿਆਹ ਦਾ ਮਾਹੌਲ ਹੋਵੇ। ਮੁਕੱਦਮੇ ਦੇ ਦੌਰਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭੇ ਦੇ ਜਜ਼ਬੇ ਅਤੇ ਜਜ਼ਬਾਤ ਨੂੰ ਦੇਖਦਿਆਂ ਜੱਜਾਂ ਨੇ ਇਹ ਲਿਖ ਦਿੱਤਾ ਸੀ ਕਿ ਉਹ ਆਪਣੀ ਛੋਟੀ ਉਮਰ ਦੇ ਬਾਵਜੂਦ ਉਹਨਾਂ 61 ਕਥਿਤ ਮੁਲਜ਼ਮਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ। ਇਸੇ ਕਰਕੇ ਉਸ ਦਾ ਡੋਜ਼ੀਅਰ ਸਭ ਤੋਂ ਭਾਗ ਅਤੇ ਅਹਿਮ ਹੈ। ਇਸ ਗੁਪਤ ਫਾਈਲ ਵਿੱਚ ਇਹ ਵੀ ਲਿਖਿਆ ਗਿਆ ਕਿ ਭਾਰਤ ਦੀ ਆਜ਼ਾਦੀ ਦੀ ਕੋਈ ਵੀ ਐਸੀ ਸਾਜ਼ਿਸ਼ ਨਹੀਂ ਜਾਂ ਅਜਿਹੀ ਕੋਈ ਇਨਕਲਾਬੀ ਕਾਰਵਾਈ ਨਹੀਂ ਜਿਸ ਵਿੱਚ ਮੁਲਜ਼ਮ ਸਰਦਾਰ ਕਰਤਾਰ ਸਿੰਘ ਸਰਾਭੇ ਨੇ ਆਪਣੀ ਅਹਿਮ ਭੂਮਿਕਾ ਨਾ ਨਿਭਾਈ ਹੋਵੇ। ਇਸ ਮੁਕੱਦਮੇ ਦੇ ਦੌਰਾਨ ਸਰਦਾਰ ਕਰਤਾਰ ਸਿੰਘ ਸਰਾਭਾ ਵੱਲੋਂ ਪੂਰੀ ਦਲੇਰੀ ਦੇ ਨਾਲ ਦਿੱਤੇ ਬਿਆਨਾਂ ਨੇ ਜੱਜਾਂ ਨੂੰ ਵੀ ਅਚੰਭੇ ਵਿੱਚ ਪਾ ਦਿੱਤਾ ਸੀ। ਇਸ ਮੁਕੱਦਮੇ ਦਾ ਫੈਸਲਾ 13 ਸਤੰਬਰ 1915 ਨੂੰ ਸੁਣਾਇਆ ਗਿਆ। ਇਸ ਵਿੱਚ ਗਦਰ ਪਾਰਟੀ ਦੇ ਸਰਕੱਢ ਆਗੂ ਬਾਬਾ ਸੋਹਣ ਸਿੰਘ ਭਕਨਾ ਅਤੇ ਸਰਦਾਰ ਕਰਤਾਰ ਸਿੰਘ ਸਰਾਭਾ ਹੁਣਾਂ ਸਮੇਤ 24 ਗਦਰੀ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਬਾਅਦ ਦੇ ਵਿੱਚ 14 ਨਵੰਬਰ 1915 ਨੂੰ ਵਾਇਸਰਾਏ ਨੇ ਇਸ ਕੇਸ ਦੀ ਨਜ਼ਰਸ਼ਾਨੀ ਦੇ ਦੌਰਾਨ 17 ਗਦਰੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ। ਸਰਦਾਰ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ ਸੁਰ ਸਿੰਘ ਵਾਲਾ, ਸ੍ਰੀ ਵਿਸ਼ਨੂੰ ਗਣੇਸ਼ ਪਿੰਗਲੇ, ਸਰਦਾਰ ਬਖਸ਼ੀਸ਼ ਸਿੰਘ ਗਿੱਲ, ਸਰਦਾਰ ਸੁਰੈਣ ਸਿੰਘ ਪਹਿਲਾ, ਸਰਦਾਰ ਸੁਰੈਣ ਸਿੰਘ ਦੂਜਾ ਅਤੇ ਸਰਦਾਰ ਹਰਨਾਮ ਸਿੰਘ ਸਿਆਲਕੋਟੀ ਸਮੇਤ 7 ਗਦਰੀ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਗਈ। ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਹਿੰਦੁਸਤਾਨ ਦੀ ਆਜ਼ਾਦੀ ਦੀ ਗਦਰ ਲਹਿਰ ਦਾ ਇੱਕ ਮਹਾਨਾਇਕ ਹੋ ਕੇ ਨਿੱਤੇ ਆਏ। ਇਸ ਮਹਾਨ ਕ੍ਰਾਂਤੀਕਾਰੀ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ। 8 ਵਰ੍ਹਿਆਂ ਦੀ ਉਮਰੇ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ। 4 ਜਮਾਤਾਂ ਪੜ੍ਹਨ ਮਗਰੋਂ 5ਵੀਂ ਜਮਾਤ ਵਿੱਚ ਆਪ ਨੂੰ ਵਰਨੈਕੂਲਰ ਸਕੂਲ ਗੁਜਰਾਵਾਲਾ, ਅੱਜਕੱਲ ਪਾਕਿਸਤਾਨ ਵਿੱਚ ਹੈ, ਉਸ ਦੇ ਵਿੱਚ ਭੇਜਿਆ ਗਿਆ, ਜੋ ਪਿੰਡ ਤੋਂ 5 ਕੁ ਮੀਲ ਦੀ ਦੂਰੀ ਤੇ ਸੀ। ਵਰਨੈਕੂਲਰ ਸਕੂਲ ਤੋਂ 8ਵੀਂ ਪਾਸ ਕਰਨ ਤੋਂ ਬਾਅਦ ਆਪ ਨੂੰ ਅਗਲੀ ਸਿੱਖਿਆ ਦੇ ਲਈ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਮਾਲਵਾ ਖਾਲਸਾ ਸਕੂਲ ਇੱਕ ਸਿੱਖ ਫੇਥ ਸਕੂਲ ਸੀ, ਜਿਸ ਦੇ ਕਿ ਪੂਰੀ ਤਰ੍ਹਾਂ ਦੇ ਨਾਲ ਸਿੱਖੀ ਦੇ ਧਾਰਮਿਕ ਰੰਗ ਵਿੱਚ ਰੰਗਿਆ ਹੋਣ ਕਾਰਨ ਬੱਚਿਆਂ ਨੂੰ ਰੋਜ਼ਾਨਾ ਸਿੱਖ ਧਰਮ ਅਤੇ ਸਿੱਖ ਇਤਿਹਾਸ ਪੜ੍ਹਾਇਆ ਜਾਂਦਾ ਸੀ। ਸਿੱਖਾਂ ਦੇ ਸ਼ਹੀਦੀ ਇਤਿਹਾਸ ਦੇ ਨਾਲ ਗੁਰਮਤ ਜਾਂਚ ਦੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਸੀ। ਮਾਲਵਾ ਖਾਲਸਾ ਹਾਈ ਸਕੂਲ ਦੇ ਬੋਰਡਿੰਗ ਵਿੱਚ ਰਹਿਣ ਵਾਲੇ ਹਰ ਵਿਦਿਆਰਥੀ ਦੇ ਲਈ ਅੰਮ੍ਰਿਤ ਵੇਲੇ ਉੱਠਣਾ ਅਤੇ ਬਾਣੀ ਪੜ੍ਹਨੀ ਲਾਜ਼ਮੀ ਸੀ। ਫਿਰ ਸਾਰੇ ਵਿਦਿਆਰਥੀਆਂ ਦੇ ਲਈ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਜਾਣਾ ਅਤੇ ਸ਼ਬਦ ਕੀਰਤਨ ਕਰਨਾ ਵੀ ਜ਼ਰੂਰੀ ਹੁੰਦਾ ਸੀ। ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਲਈ ਸਿੱਖੀ ਰਹਿਤ ਮੁਤਾਬਕ ਤਿਆਰ ਬਰਤਿਆਰ ਰਹਿਣਾ ਵੀ ਜ਼ਰੂਰੀ ਸੀ। ਇੱਥੇ ਹੀ ਭਾਵ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਇਹਨਾਂ ਵਿਦਿਆਰਥੀਆਂ ਨੇ ਖਾਲਸਾ ਭੁਜੰਗੀ ਸਭਾ ਨਾਂ ਦੀ ਇੱਕ ਧਾਰਮਿਕ ਜਥੇਬੰਦੀ ਵੀ ਬਣਾ ਲਈ ਸੀ। ਸਾਰੀਆਂ ਸਿੱਖ ਸਰਗਰਮੀਆਂ ਵਿੱਚ ਖਾਲਸਾ ਭੁਜੰਗੀ ਸਭਾ ਮੋਹਰੀ ਹੋ ਕੇ ਹਿੱਸਾ ਲੈਂਦੀ ਸੀ। ਬਾਅਦ ਦੇ ਵਿੱਚ ਪੰਥਕ ਇਕੱਠਾਂ ਵਿੱਚ ਖਾਲਸਾ ਭੁਜੰਗੀ ਸਭਾ ਦੇ ਨੁਮਾਇੰਦਿਆਂ ਨੂੰ ਖਾਸ ਤੌਰ ਉੱਪਰ ਹਿੱਸਾ ਲੈਣ ਲਈ ਬੁਲਾਇਆ ਜਾਣਾ ਸ਼ੁਰੂ ਹੋ ਗਿਆ ਸੀ। ਸਾਲ 1919 ਤੋਂ ਲੈ ਕੇ ਸਾਲ 1914 ਦੇ ਦੌਰਾਨ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਭਾਈ ਸਾਹਿਬ ਰਣਧੀਰ ਸਿੰਘ ਜੀ ਵੀ ਇਸ ਭੁਜੰਗੀ ਸਭਾ ਦੇ ਹਫ਼ਤਾਵਾਰੀ ਦੀਵਾਨਾਂ ਵਿੱਚ ਕੀਰਤਨ ਰਾਹੀਂ ਹਾਜ਼ਰੀ ਭਰਿਆ ਕਰਦੇ ਸਨ। ਸਰਦਾਰ ਕਰਤਾਰ ਸਿੰਘ ਸਰਾਭਾ ਇਹਨਾਂ ਸਾਰੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ। ਸਨ 1910 ਤੋਂ 1911 ਸਾਲ ਦੇ ਦੌਰਾਨ ਸਰਦਾਰ ਕਰਤਾਰ ਸਿੰਘ ਸਰਾਭਾ ਆਪਣੇ ਚਾਚਾ ਸਰਦਾਰ ਬਖਸ਼ੀਸ਼ ਸਿੰਘ ਕੋਲ ਉੜੀਸਾ ਆ ਗਏ।
जिथे आपने 10वीं तक पढ़ाई की। उपरंत जनवरी 1912 ਵਿੱਚ सरदार करतार सिंह अमरीका की कैलिफोर्निया स्टेट चले गए, जिथे आपने बर्कले यूनीवर्सिटी के कैमिस्ट्री डिपार्टमेंट में दाखला लैण की कोशिश की। यह समा उस समा सी जदों कि इत्थे रह के भारतीयों विच भारत ते हुकूमत कर रहे अंग्रेज़ों के खिलाफ माहौल खासा भखिया होया सी। उस वक्त बाबा ज्वाला सिंह, जो मगरों गदर पार्टी के मीत प्रधान बने सन, इत्थे ही पढ़न आए सन। बाबा जी यूनीवर्सिटी के लागे ही शैटुक होस्टल विच रहा करते सन। इस होस्टल के इंचार्ज लाला हरदयाल जी सी। लाला जी नूं उस वक्त स्टेट फोर्ट यूनीवर्सिटी तो इस करके बाहर कढ़ दिता गया सी क्योंकि उन्हां दे ख्याल अराजकतावादी विचारधारा वाले सन। लाला हरदयाल उस वक्त एक क्रांतिकारी की भूमिका निभाउंदियां होइयां अंग्रेज़ों के खिलाफ डट के अते पूरी तनदेही दे नाल जम के खुल्लम खुला प्रचार कर रहे सन अते सिक्खां उन्हां दा साथ दे रहे सन। साल 1912 के दौरान दिल्ली विच जिहड़ा वायसराय हार्डिंग उपर बंब सुट्टिया गया सी, लाला हरदयाल ने इस घटना की पूरी प्रौढ़ता कीती सी। पर हिंदू विद्यार्थियों वालों कदे भी किसी भी लिखत विच सरदार करतार सिंह की किसी सरगर्मी जां गतिविधि का उक्का कोई जिक्र नहीं किया गया। इन्हां ही दिनों विच ब्रिटिश सरकार ने एक होर निंदणयोग कारा कर दिता, जो 4 मई 1914 ਨੂੰ वायसराय की कोठी वल जांदी सड़क नूं सिद्धिया करन दे लई गुरुद्वारा रकाबगंज साहिब दिल्ली की दीवार ढा दित्ती, जिस कारण सिखां विच रोस की लहर लड़ उठी। भाई साहब भाई रणधीर सिंह इस संघर्षमई जद्दोजहद विच अपनी अहम और सरगर्म भूमिका निभा रहे सन। सरदार करतार सिंह सराभा इस वक्त भारत वापस परतते हुए रस्ते विच हांगकांग के एक गुरुद्वारा साहिब विखे ठहरे हुए सन। यह गुरुद्वारा साहिब उस वक्त अंग्रेज़ विरोधी प्रचार के केंद्र वजों जानिया जाता सी। उस वक्त इस गुरुद्वारा साहिब के ग्रंथी वजों भाई भगवान सिंह जी प्रीतम सेवा निभा रहे सन, जो एक मशहूर इनकलाबी कवि वजों भी जाने जाते सन। भाई भगवान सिंह जी नाल सरदार करतार सिंह सराभा की चंगी दोस्ती हो गई। भाई भगवान सिंह जी बाद विच गदर पार्टी के मीत प्रधान बन गए। इसे गुरुद्वारे साहिब विखे हफ्तावरी दीवाना विच सरदार करतार सिंह सराभा इनकलाबी लैक्चर करया करते सन। उस वक्त गदर पार्टी के गठन दीयां तैयारियां दे लई सरगर्मियां शुरू हो चुकियां सन। सरदार करतार सिंह हुणां ने अपना जीवन इस नवीं बन रही गदर पार्टी नूं ही समर्पित करन दा फैसला कर लिया सी। इउं जदों नवंबर 1913 विच साल विच गदर नां दा पहला परचा निकलिया तां सरदार करतार सिंह इस रसाले दे बानी शख्सियतां विच शामिल सन। यह परचा उर्दू जुबान विच सी। फिर जदों दसंबर 1913 साल के दौरान गुरमुखी विच गदर प्रकाशित होना शुरू होया तां सरदार करतार सिंह सराभा नूं ही इस परचे की प्रमुख तौर उपर सेवा की जिम्मेवारी सौंपी गई। लाला हरदयाल जी दियां उर्दू विच लिखियां लिखतां दा गुरमुखी जां पंजाबी जुबान विच उल्था सरदार करतार सिंह सराभा ही करया करते सन। अगस्त 1914 साल विच जदों पहला विश्व जंग शुरू होया तां इस दे मद्देनज़र गदर पार्टी के वर्करां ने भारत पुज के भारत की आज़ादी के लिए संघर्ष करने का फैसला किया। तां सरदार करतार सिंह सराभा पंजाब पुजण वाले गदरियां विच शामिल सन। उस वक्त क्योंकि कलकत्ते दीयां बंदरगाहां ते ब्रिटिश सरकार ने नाके लगाए हुए सन, इस करके सरदार करतार सिंह सराभा हुनी कोलंबे दे रस्तियों भारत विच दाखल हुए सन। पूरी तरह नाल सुरती वाली अंग्रेज़ सरकार ने कलकत्ते दीयां बंदरगाहां ते गदर लहरां दे चोटी दे क्रांतिकारी भाई सोहन सिंह भकना, बाबा ज्वाला सिंह, बाबा केसर सिंह ठठगढ़, बाबा शेर सिंह वेईपुई आदि नूं गिरफ्तार कर लिया गया। इस कारण यह कहा जान लग पिया कि इंज गदर लहर का अंग्रेज़ों ने लख ही तोड़ दिता सी। पर फिर यह सरदार करतार सिंह सराभे की अणथक मेहनत का नतीजा सी। गदर पार्टी नूं सिखर तक लै गए। भारत पुज के सरदार करतार सिंह सराभे ने जिथे नौजवानों ते विद्यार्थियों नूं तैयार करना शुरू किया, उत्थे नाल ही रकाबगंज साहिब की कंध नूं लैके चल रही जद्दोजहद नाल जुड़े हुए भाई साहिब भाई रणधीर सिंह वर्गे धार्मिक आगुआं नाल भी तालमेल किया। इतिहास पिछोकड़ वाल जदों आपां झाती मारदे हां तां कुछ तत्थ इहो जे स्पष्ट हुंदे हन कि वैसे तां गदर पार्टी की योजना 1913 विच ही बन गई सी, पर इसनूं लागू करन दा फैसला 21 फरवरी 1915 नूं कीता गया सी। इस दौरान ब्रिटिश सरकार अपने एक झोली चुक कृपाल सिंह नूं गदर पार्टी विच शामिल करवाउण विच सफल हो गई सी, जिसने पार्टी अते पार्टी के कारकुनां दीयां सारियां रिपोर्टां अंग्रेज़ सरकार तक पहुंचाणियां शुरू कर दित्तियां।
19 फरवरी 1915 की जेकर गल की जाए तो इस तरीक नूं बरतानवी सरकार ने बहुत सारे सिरकट गदरी क्रांतिकारियों नूं गिरफ्तार करके जेलों में बंद कर दिता। इंज 21 फरवरी 1915 वाले दिन इस गदर लहर नूं एक तरह के नाल फेल जां असफल मान लिया गया। हुण जदों अज दा विचाराधीन मुकदमा जदों शुरू होया तां सरदार करतार सिंह सराभे वालों अपने बचाव के लिए यह कह के कोई वकील लैण तो इनकार कर दिता गया। सानू गोरियां दी अदालतां ते इन्हां दे इंसाफ ते उक्का भरोसा नहीं है। हुण जदों अज दा विचाराधीन मुकदमा भाव अज की तरीक 26 अप्रैल का जोड़ा मुकदमा आ जदों शुरू होया तां सरदार करतार सिंह सराभे वालों अपने बचाव के लिए यह कह के कोई वकील लैण तो इनकार कर दिता गया, या कह सकीए कि इस तरीके दे नाल उन्होंने जवाब दिता कि सानू गोरियां दी अदालतां ते इन्हां दे इंसाफ ते उक्का भरोसा नहीं है। असल दे विच अदालती कार्रवाई निरा दिखावा सी। ये गल इस करके कही जा सकती है क्योंकि इस लाहौर केस विच अदालत वालों पहला ही यह कह दिता गया सी कि कोर्ट के फैसले के खिलाफ किसी भी गदरी नूं उच्च अदालत विच अपील की इजाजत नहीं होगी। फिर भी इन्हां गदरियां दे केस की पैरवी कर रहे वकील रघुवर सहाय ने 24 गदरियां की फांसी की सज़ा का मुद्दा वायसराय कौंसल कोल उठा दिता सी। वायसराय कौंसल के एक मैंबर सर अली इमाम जो इन्हां गदरियां दे नाल हमदर्दी रखदा सी ने आखिर कानूनी पैंतरियां के आधार ते इस केस की नज़रसानी की अते सिट्टे वजों 24 गदरियां विचों 17 गदरियां की फांसी की सज़ा बदल के सज़ा एक काली पानी कर दी गई। सर अली इमाम ने नज़रसानी तो बाद सरदार करतार सिंह सराभे की उम्र बहुत घट होने की वजह कारण उसकी फांसी की सज़ा को उम्र कैद में तब्दील करवाने लई उसने खासी जद्दोजहद की, पर वह सफल ना हो सकिया क्योंकि अदालत के जज्जां ने अपने 7 पन्नियां के फैसले में सरदार करतार सिंह सराभे को सब तो वध खतरनाक लिखिया सी। कहा जा सकता है कि 1857 के बाद गदरियां की यह एक किस्म की हिंदुस्तान की आज़ादी की दूसरी हथियारबंद संघर्षमय कोशिश सी। इस लहर विच बहुतरे करके सिख शहीद हुए सन, पर इस नाल भारत की आज़ादी के उद्देश्य भरपूर वधदे कदमां नूं चोखा बल मिलिया सी। सरदार करतार सिंह सराभा अपनी बहुत छोटी उम्र और बहुत छोटे जहे राजनीतिक जीवन दे विच अपने बहुत वड्डे काम कर गए। वह अपनियां दलेराना क्रांतिकारी गतिविधियां के कारण ही आज़ादी के लिए हथियारबंद लड़ाई लड़न वाली गदर पार्टी के विच लोकनायक के रूप में उभरे। शहीद आजम सरदार करतार सिंह खुद उन्होंने अपना आदर्श मानते सन। फांसी तो कुछ दिन पहला सरदार करतार सिंह सराभे के दादा सरदार बदन सिंह अपने पोते के नाल आखिरी मुलाकात करने लई आए सन। सरदार बदन सिंह खुद एक इनकलाबी वजों जाने जाते सन, फिर भी पोतरे नूं शहीद होंदा देख के ममता की भावनावां दे रहण विच वह तुरे, पर सरदार करतार सिंह का हौसला इन्ना प्रबल सी कि उन्होंने हौसला दिंदिआं सरदार करतार सिंह सराभा ने कहा, गुरसिख के मूँह ते हंझू शहीद की शहादत का अपमान हुंदा है। पोतरे का इन्ना वड्डा जिगरा अते हौसला देख के दादा सरदार बदन सिंह मुड़ चढ़दियां कलां विच हो गए। 15 नवंबर की रात नूं जेल विच सारी रात गुरबाणी के प्रवाह चलते रहे। रात वेले ही सारिਆਂ ने रल मिल के एक सांझी कविता तैयार की जो मिलजुल के पढ़ी भी गई। दूजे दिन 16 नवंबर नूं अमृत वेले सरदार करतार सिंह सराभे समेत 7 जणिਆਂ ਨੂੰ केसी इशनान करवाया गया ਅਤੇ ਜਦੋਂ इन्हां इनकलाबी गदरियां ਨੂੰ फांसी ਦੇ ਤਖਤਿਆਂ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਸਾਰਿਆਂ ਨੇ ਇੱਕ ਸੁਰ ਉਹੀ ਇਨਕਲਾਬੀ कविता गानी शुरू कर दी। सुनना खालसा सी साडे कूच डेरे असीं आखिरी फतेह गजा चले, कम आसां दे आसों खत्म हो गए, कम तुसां दे शुरू करवा चले। सो 16 नवंबर 1915 ਨੂੰ जवान सरदार करतार सिंह सराभे ਨੂੰ उन्हां दे 6 होर गदरी साथियां सरदार बख्शीश सिंह जिला अमृतसर, सरदार हरनाम सिंह जिला सियालकोट, सरदार जगत सिंह जिला लाहौर, सरदार सुरैण सिंह अते सरदार सुरैण सिंह दूजे दोनों जिला अमृतसर अते विष्णु गणेश पिंगले जिला पूना महाराष्ट्र ਨੂੰ लाहौर की सेंट्रल जेल में फांसी के फंदे दे झुला के शहीद कर दिता गया। इस नाल ही इतिहास दीआं पैड़ां दे विच फिलहाल इन्ना ही। हुण मैनूं दिओ इजाजत। धन्नवाद।